ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਭ ਦੀਆਂ ਨਜ਼ਰਾਂ ਕੱਲ ਦੀ ਮੀਟਿੰਗ ਤੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਨੂੰ 29 ਦਸੰਬਰ ਦਾ ਮੀਟਿੰਗ ਦਾ ਪੇਸ਼ਕਸ਼ ਕੀਤੀ ਗਈ ਸੀ, ਪਰ ਕੇਂਦਰ ਸਰਕਾਰ ਨੇ ਜਿਹੜੇ 30 ਦਸੰਬਰ ਨੂੰ ਮੀਟਿੰਗ ਸੱਦੀ ਹੈ ਕੱਲ ਨੂੰ, ਜੋ ਕਿ ਉਹ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ 6 ਦੌਰ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ ਜੋ ਕਿ ਬੇਸਿੱਟਾ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਦੀ ਮੀਟਿੰਗ ਵਿੱਚ ਕੀ ਗੱਲਬਾਤ ਹੋਏਗੀ ਤੇ ਕੀ ਇਸ ਮੀਟਿੰਗ ਦੇ ਵਿੱਚ ਕੁਝ ਨਤੀਜੇ ਨਿਕਲ ਸਕਣਗੇ? ਹਾਂ, ਪਹਿਲਾਂ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਕੋਈ ਐਂ ਬੇਸਿੱਟਾ ਨਹੀਂ ਕਹੀਆਂ ਜਾ ਸਕਦਾ। ਪਹਿਲਾਂ ਦੇ ਵਿੱਚ ਡਿਸਕਸ਼ਨਾਂ ਹੋਈਆਂ। ਪਹਿਲੀਆਂ ਮੀਟਿੰਗਾਂ ਦਾ ਨਤੀਜਾ ਇਹ ਹੈ ਕਿ ਕਿਸਾਨ ਜਥੇਬੰਦੀਆਂ ਤੇ ਗੌਰਮੈਂਟ ਦੇ ਆਰਗੂਮੈਂਟ ਦੇ ਵਿੱਚ, ਦਲੀਲਬਾਜ਼ੀ ਦੇ ਵਿੱਚ ਗੌਰਮੈਂਟ ਪਿੱਛੇ ਹਟੀ ਹੈ। ਉਹਨਾਂ ਨੂੰ ਮੰਨਣਾ ਪਿਆ ਕਿ ਅਸੀਂ ਸੋਧਾਂ ਕਰ ਦਿੰਦੇ ਹਾਂ। ਇਹ ਉਹਨਾਂ ਮੀਟਿੰਗਾਂ ਦਾ ਆਪਣੇ ਆਪ ਦੇ ਵਿੱਚ ਇੱਕ ਨਤੀਜਾ ਸੀਗਾ ਉਸ ਪੱਧਰ ਦੇ ਉੱਤੇ। ਦੂਜੀ ਗੱਲ ਇਹ ਹੈ ਕਿ ਹੁਣ ਕਾਫੀ ਦਿਨਾਂ ਤੋਂ ਡੈਡਲੌਕ ਸੀ, ਚਿੱਠੀ ਪੱਤਰ ਚੱਲਦਾ ਰਿਹਾ, ਤੁਸੀਂ ਸਮਾਂ ਦਿਓ, ਤੁਸੀਂ ਸਮਾਂ ਦਿਓ। ਔਰ ਉਹਦੇ ਵਿੱਚ ਵੀ ਗੌਰਮੈਂਟ ਨੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਟਾਈਮ ਜਾਂ ਦਿਨ, ਉਹਨੂੰ ਉਸ ਰੂਪ ਦੇ ਵਿੱਚ ਸਵੀਕਾਰ ਨਹੀਂ ਕੀਤਾ। ਉਹਨੇ ਇੱਕ ਦਿਨ ਅੱਗੇ ਪਾ ਕੇ ਆਪਣਾ ਫਿਰ ਦੇਤਾ। ਇਹਦਾ ਮਤਲਬ ਤੁਸੀਂ ਲੜਾਈ ਕੀ ਲੜ ਰਹੇ ਹੋ? ਤੁਸੀਂ ਲੜਾਈ ਇਹ ਕਰ ਰਹੇ ਹੋ ਕਿ ਮੈਂ ਮਜ਼ਬੂਤ ਹਾਂ, ਦੇਖੋ ਜੀ ਉਹ ਇਹ ਕਰ ਰਿਹਾ। ਇਹ ਜਿਹੜੀ ਪਾਲਿਸੀ ਹੈ ਜਾਂ ਇਹ ਜਿਹੜਾ ਤਰੀਕਾਕਾਰ ਹੈ, ਇਹ ਤਰੀਕਾਕਾਰ ਕੋਈ ਬਹੁਤ ਸਿਆਣਪ ਭਰਿਆ ਜਾਂ ਮਾਮਲੇ ਨੂੰ ਨਿਬੇੜਨ ਵਾਲਾ ਘੱਟ ਲੱਗਦਾ ਤੇ ਆਪਣੇ ਸਕੋਰ ਸੈੱਟ ਕਰਨ ਵਾਲਾ ਵੱਧ ਲੱਗਦਾ। ਉਹਦੇ ਦੌਰਾਨ ਹੀ ਅਜੇ ਵੀ ਤੁਹਾਡੇ ਵੱਖ-ਵੱਖ ਮੰਤਰੀ ਜੋ ਗੱਲਾਂ ਕਰੀ ਜਾ ਰਹੇ ਨੇ, ਖੇਤੀ ਮੰਤਰੀ ਜੋ ਗੱਲ ਕਹਿ ਰਹੇ ਨੇ ਕਿ ਜੀ ਇਹ ਤਾਂ ਬਿੱਲ ਜਿਹੜੇ ਨੇ ਜਾਂ ਕਾਨੂੰਨ ਨੇ ਮੋਦੀ ਤੇ ਕੋਈ ਦਬਾਅ ਨਹੀਂ ਪਾ ਸਕਦਾ, ਕੋਈ ਪ੍ਰਭਾਵ ਨਹੀਂ ਪਾ ਸਕਦਾ। ਹਜੇ ਤੁਸੀਂ ਇਹ ਬਿਆਨ ਦੇ ਰਹੇ ਹੋ ਕੋਈ ਦਬਾਅ ਨਹੀਂ ਪਾ ਸਕਦਾ, ਪ੍ਰਭਾਵ ਨਹੀਂ ਪਾ ਸਕਦੇ, ਤਾਂ ਮਤਲਬ ਕੀ ਹੈ? ਤੁਸੀਂ ਕੌਣ ਹੋ? ਤੁਸੀਂ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਹੋ। ਦਬਾਅ ਜਾਂ ਪ੍ਰਭਾਵ ਦਾ ਕੀ ਮਤਲਬ ਹੈ? ਪ੍ਰਭਾਵ ਕਬੂਲੋਗੇ ਕਿਸੇ ਦਾ ਤਾਂ ਹੀ ਹੈ, ਕਿਸੇ ਦੀ ਦਲੀਲ ਸੁਣੋਗੇ ਤਾਂ ਹੀ ਪ੍ਰਭਾਵ ਪੈਂਦਾ ਹੈ। ਔਰ ਜੇ ਲੋਕ ਇਹ ਚਾਹਣ ਕਿ ਹਾਂ ਲੋਕਾਂ ਦੀ ਬਿੱਲ ਜ਼ਿਆਦਾ ਦੂਜੇ ਪਾਸੇ ਖੜੀ ਹੈ ਤਾਂ ਤੁਹਾਨੂੰ ਪਿੱਛੇ ਵੀ ਹਟਣਾ ਪੈਂਦਾ। ਇਹ ਜਿਹੜਾ ਇੱਕ ਹੰਕਾਰੀ ਟਾਈਪ ਰਵੱਈਆ ਹੈ ਕਿ ਮੋਦੀ ਦੀ ਚਾਪਲੂਸੀ ਲਈ ਇੰਨਾ ਕੁਛ ਮੰਤਰੀ ਕਹਿ ਰਹੇ ਨੇ, ਤਾਂ ਉਹ ਮੰਤਰੀਆਂ ਦੇ ਵਿੱਚ ਫਿਰ ਗੱਲਬਾਤ ਤੇ ਆਰਗੂਮੈਂਟ ਉਸ ਲੈਵਲ ਦਾ ਨਹੀਂ ਹੁੰਦਾ। ਪਰ ਫਿਰ ਵੀ ਗੱਲਬਾਤ ਜਦੋਂ ਜਾਰੀ ਰਹਿੰਦੀ ਹੈ ਤਾਂ ਗੱਲਬਾਤ ਦੇ ਵਿੱਚੋਂ ਕੁਝ ਨਾ ਕੁਝ ਤਾਂ ਮਿਲਦਾ ਹੈ। ਇੱਕ ਉਮੀਦ ਮਿਲਦੀ ਹੈ ਕਿ ਸਾਰੇ ਲੋਕਾਂ ਨੂੰ ਲੱਗਦਾ ਕਿ ਅੱਜ ਕਿਹੜੀ ਦਲੀਲ ਆਏਗੀ ਨਵੀਂ, ਅੱਜ ਕਿਹੜੇ ਲੋਕ ਕੀ ਕਰਨਗੇ। ਜਥੇਬੰਦੀਆਂ ਜਾਣਗੀਆਂ ਤੇ ਉਹ ਆਪਣੀ ਗੱਲ ਤੋਂ ਸ਼ੁਰੂ ਕਰਨਗੀਆਂ। ਉਹਨਾਂ ਨੇ ਆਪਣੇ ਘੱਟੋ ਘੱਟ ਫੋਕਸ ਕਰਕੇ 4 ਪੁਆਇੰਟ ਦਿੱਤੇ ਨੇ ਕਿ ਆਹ ਪੁਆਇੰਟਾਂ ਤੇ ਆਪਾਂ ਗੱਲ ਕਰਾਂਗੇ, ਜਿਹਦੇ 'ਚ ਕਾਨੂੰਨਾਂ ਨੂੰ ਵਾਪਸ ਲੈਣ ਦਾ ਸਭ ਤੋਂ ਮੇਜਰ ਵੱਡਾ ਮੁੱਦਾ ਹੈ। ਹੁਣ ਸਰਕਾਰ ਉਹਦੇ ਤੇ ਕੀ ਕਹਿ ਰਹੀ ਹੈ, ਕਾਨੂੰਨ ਵਾਪਸ ਨਹੀਂ ਲੈਣੇ ਜਾਂ ਨਹੀਂ ਹੈ, ਫਿਰ ਤਾਂ ਡੈਡਲੌਕ ਉਦੋਂ ਬਾਅਦ ਖੜਾ ਹੀ ਹੈ। ਜੇ ਉਦੋਂ ਬਾਅਦ ਅੱਗੇ ਨਹੀਂ ਤੁਸੀਂ ਆਉਂਦੇ। ਔਰ ਇਸੇ ਕਰਕੇ ਇਹ ਸੀਗਾ ਕਿ ਜੇ ਰਾਜਨਾਥ ਸਿੰਘ ਨੇ ਇਹ ਦਲੀਲ ਦਿੱਤੀ ਸੀ ਇੱਕ ਕਿ 2 ਸਾਲ ਇਹਨਾਂ ਨੂੰ ਦੇਖ ਲਓ, ਤੇ ਜਥੇਬੰਦੀਆਂ ਇਹ ਵੀ ਕਹਿ ਰਹੀਆਂ ਜਾ ਸਕਦੀਆਂ ਨੇ ਕਿ ਤੁਸੀਂ ਇਹਨਾਂ ਨੂੰ ਸਸਪੈਂਡ ਕਰ ਦਿਓ, 2 ਸਾਲ ਬਾਅਦ ਫਿਰ ਚਰਚਾ ਕਰ ਲਾਂਗੇ। ਇਹਨੂੰ ਪੁਰਾਣਾ ਉਸੇ ਤਰੀਕੇ ਨਾਲ ਰੱਖੋ। ਕਿਹੜਾ ਕੋਈ ਭੱਜਿਆ ਜਾ ਰਿਹਾ? ਨਾ ਤਾਂ ਕੋਈ ਐਡਾ ਵੱਡਾ ਪੂੰਜੀ ਖੜੀ ਹੈ ਵਿਦੇਸ਼ੀ ਕਿ ਉਹ ਇੱਕ ਦੁਆਰਾ ਕੰਧ ਖੜੀ ਹੈ ਕਾਨੂੰਨ ਦੀ, ਜੇ ਹਟ ਗਈ ਤਾਂ ਇੰਨਾ ਪੈਸਾ ਇੱਕੋ ਦਮ ਆ ਜਾਊਗਾ ਖੇਤੀ 'ਚ। ਇਹੋ ਜਿਹਾ ਵੀ ਕੋਈ ਗੱਲ ਨਹੀਂ ਹੈ। ਤੇ ਦੂਜੀ ਗੱਲ, ਨਾ ਕੋਈ ਇਹੋ ਜਿਹਾ ਕੋਈ ਸੰਕਟ ਆਇਆ ਹੋਇਆ ਹੈ ਜਿਹੜੇ ਸੰਕਟ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਗੱਲ ਪੁੱਗੇ। ਇਹ ਤਾਂ ਸੰਭਵ ਹੀ ਨਹੀਂ ਹੈ। ਇਸ ਕਰਕੇ ਪਰ ਗੱਲਬਾਤ ਜਿਹੜੀ ਕਾਫੀ ਲੰਮੇ ਸਮੇਂ ਬਾਅਦ ਚੱਲ ਰਹੀ ਹੈ, ਉਹ 'ਚ ਜਿਹੜੀ ਦਲੀਲਬਾਜ਼ੀ ਜੋ ਵੀ ਚੀਜ਼ਾਂ ਚਰਚਾ ਚਾਹਣਗੀਆਂ ਉਹਦੇ 'ਚੋਂ ਕੁਝ ਨਵਾਂਪਨ, ਕੁਝ ਫਰੈਸ਼ ਚੀਜ਼ਾਂ ਆਉਂਦੀਆਂ ਨੇ। ਇਸ ਤੋਂ ਬਾਅਦ ਇਸੇ ਗੱਲਬਾਤ ਤੋਂ ਬਾਅਦ ਫਿਰ ਰਣਨੀਤੀਆਂ ਆਪਣੀਆਂ ਆਪਣੀਆਂ ਨਵੇਂ ਸਿਰਿਓਂ ਘੜਨੀਆਂ ਪੈਣਗੀਆਂ। ਇਹ ਗੱਲਬਾਤ ਦਾ ਕੋਈ ਐਡਾ ਵੱਡਾ ਸਿੱਟਾ ਨਿਕਲਦਾ ਤਾਂ ਨਹੀਂ ਦਿਖਾਈ ਦਿੰਦਾ ਕਿ ਜਿਹਦੇ ਨਾਲ ਕਲਿੰਚ ਹੋ ਜਾਏਗੀ, ਹੁਣ ਅੰਦੋਲਨ ਖਤਮ ਹੋ ਜਾਏਗਾ ਤੇ ਅੱਗੇ ਸਰਕਾਰ ਪਿੱਛੇ ਹਟ ਜਾਏਗੀ ਜਾਂ ਜਥੇਬੰਦੀਆਂ ਮੰਨ ਲੈਣਗੀਆਂ। ਔਰ ਇਹ ਹਾਲਾਤ ਨੂੰ ਗੌਰਮੈਂਟ ਨਹੀਂ ਸਮਝ ਰਹੀ। ਹਾਲਾਤ ਤਾਂ ਹੈ ਹੀ ਉਹ ਨੇ ਕਿ ਅੰਦੋਲਨ ਦਾ ਆਕਾਰ ਐਡਾ ਵੱਡਾ। ਉਹਨਾਂ ਨੂੰ ਖੁਦ ਵੀ ਪਤਾ ਹੈ ਕਿ ਅੰਦੋਲਨ ਦੇ ਵਿੱਚ ਬੈਠੇ ਜਿਹੜੇ ਸਾਰੇ ਬੰਦੇ ਨੇ ਉਹਨਾਂ ਦੇ ਇੱਕ ਮਨ ਬਣ ਚੁੱਕੇ ਆ, ਉਹ ਇੱਕ ਜਦੋਜਹਿਦ ਕਰ ਰਹੇ ਨੇ। ਉਹਨਾਂ ਨੂੰ ਸੌਖੇ ਤਰੀਕੇ ਨਾਲ ਤੁਸੀਂ ਉਠਾ ਕੇ ਵਾਪਸ ਨਹੀਂ ਭੇਜ ਸਕਦੇ। ਔਰ ਜਿੱਦ ਚੰਗੀ ਨਹੀਂ ਹੁੰਦੀ। ਜਿੱਦ ਜਮਹੂਰੀਅਤ ਦੇ ਵਿੱਚ ਇਹ ਠੀਕ ਗੱਲ ਹੁੰਦੀ ਹੈ ਕਿ ਸਰਕਾਰ ਵਿਡਰਾ ਕਰੇ, ਫਿਰ ਲੋਕਾਂ ਨਾਲ ਡਿਸਕਸ ਕਰੇ। ਇੱਕ ਗੱਲ ਤਾਂ ਸਰਕਾਰ ਮੰਨ ਚੁੱਕੀ ਹੈ ਨਾ, ਉਹ ਜਾਲੀਪਣ ਕਹਿ ਰਹੀ ਹੈ ਕਿ ਜੀ ਅਸੀਂ ਚਰਚਾ ਕੀਤੀ ਹੈ। ਕਿਹੜੇ ਕਿਸਾਨ ਜਥੇਬੰਦੀ ਨਾਲ ਚਰਚਾ ਕੀਤੀ? ਕਿਹੜੇ ਕਿਸਾਨਾਂ ਨਾਲ ਚਰਚਾ ਕੀਤੀ? ਬਿਨਾਂ ਚਰਚਾ ਕਰੇ ਤੁਸੀਂ ਇੱਕ ਕਰੋਨਾ ਦੇ ਡਰ ਦੇ ਦੌਰਾਨ ਤੁਸੀਂ ਆਰਡੀਨੈਂਸ ਲਿਆਉਂਦੇ ਹੋ, ਫਿਰ ਬਿੱਲ ਬਣਾ ਦਿੰਦੇ ਹੋ, ਫਿਰ ਕਾਨੂੰਨ ਬਣਾ ਦਿੰਦੇ ਹੋ। ਇਹ ਤਾਂ ਬੁਨਿਆਦੀ ਮੋਟੀ ਗੱਲ ਹੈ। ਸਭ ਤੋਂ ਪਹਿਲੀ ਜਿਹੜੀ ਇਹਨਾਂ ਨੂੰ ਖਾਰਜ ਕਰਨੀ ਬਣਦੀ ਹੈ। ਔਰ ਵੱਡੇ ਵੱਡੇ ਮਾਹਰ ਇਹੀ ਤਰੀਕਾ ਹੁਣ ਕਹਿ ਰਹੇ ਨੇ। ਇਸੇ ਲਈ ਇਸ ਗੱਲਬਾਤ ਦੇ ਵਿੱਚੋਂ ਵੀ
ਕੇਵਲ ਕੁਝ ਗੱਲਾਂ ਹੋ ਸਕਦਾ ਗਵਰਨਮੈਂਟ ਇੱਕ ਅੱਧਾ ਸਟੈਪ ਅੱਗੇ ਚੱਲੇ, ਜੀ ਜਿਵੇਂ 9 ਸੌਦਾ ਤੇ ਆਈ ਸੀ, ਇੱਕ ਅੱਧੀ ਕੋਈ ਗੱਲ ਹੋਰ ਵੀ ਅੱਗੇ ਕਹੇ ਤਾਂ ਜੇ ਜਿਵੇਂ ਜਿਵੇਂ ਅੱਗੇ ਗੱਲਬਾਤ ਵੱਧਦੀ ਹੈ ਹੌਲੀ ਹੌਲੀ ਸਹੀ, ਪਰ ਇੱਕ ਉਮੀਦ ਬਣੀ ਰਹਿੰਦੀ ਹੈ ਫਿਰ ਕਿ ਗੱਲ ਕਿਸੇ ਪਾਸੇ ਲੱਗੇਗੀ। ਔਰ ਜਦੋਂ ਡੈਡਲੌਕ ਹੁੰਦਾ ਉਦੋਂ ਨਾ ਉਮੀਦੀ ਹੋਰ ਪੈਦਾ ਹੁੰਦੀ ਹੈ, ਉਦੋਂ ਰਣਨੀਤੀ ਹੋਰ ਤਰੀਕੇ ਦੀ ਆਉਂਦੀ ਹੈ। ਕਿਸਾਨ ਜਥੇਬੰਦੀਆਂ ਤੇ ਕਿਸਾਨ ਮੂਵਮੈਂਟ ਦੇ ਸਾਹਮਣੇ ਇੱਕ ਬੜਾ ਵੱਡਾ ਇਹ ਚੈਲੰਜ ਹੈ ਕਿ ਉਹ ਇਹਨੂੰ ਮਤਲਬ ਆਪਣਾ ਅੰਦੋਲਨ ਕਿਵੇਂ ਰੱਖਦੀ ਹੈ ਕਾਇਮ, ਕਿਹੜੇ ਕਿਹੜੇ ਢੰਗ ਤਰੀਕੇ ਵਰਤੇਗੀ ਤਾਂ ਕਿ ਲੋਕਾਂ ਨੂੰ ਥਕਾਵਟ ਨਾ ਹੋਵੇ। ਗਵਰਨਮੈਂਟ ਇਸ ਗੱਲ ਤੇ ਚੱਲ ਰਹੀ ਹੈ ਕਿ ਅਸੀਂ ਇਹਨੂੰ ਥਕਾ ਦੇਣ ਦੇ ਸ਼ਾਇਦ ਇਸ ਰੂਪ ਦੇ ਵਿੱਚ ਚੱਲਦੇ ਹਾਂ। ਸਭ ਤੋਂ ਵੱਡਾ ਕੁਐਸਚਨ ਇਹੀ ਹੈ ਕਿ ਅੰਦੋਲਨ ਦਾ ਸ਼ਾਂਤਮਈ ਰਹਿਣਾ, ਅੰਦੋਲਨ ਪੀਸਫੁਲ ਤਰੀਕੇ ਦੇ ਨਾਲ ਰੱਖਣਾ, ਇਹ ਜ਼ਿੰਮੇਵਾਰੀ ਵੀ ਹੈ ਔਰ ਇਹ ਜਿੱਤ ਦਾ ਵੀ ਇਹੀ ਇੱਕੋ ਇੱਕ ਤਰੀਕਾ ਹੋਊਗਾ ਕਿ ਜੇ ਅੰਦੋਲਨ ਉਸ ਰੂਪ 'ਚ ਸ਼ਾਂਤਮਈ ਰਹਿੰਦਾ। ਜੀ ਹਮੀਰ ਸਿੰਘ ਜੀ, ਪਹਿਲਾਂ ਪੰਜਾਬ, ਫਿਰ ਰਾਜਸਥਾਨ, ਫਿਰ ਛੱਤੀਸਗੜ੍ਹ, ਉਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਨੇ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਦੇ ਖਿਲਾਫ, ਖੇਤੀਬਾੜੀ ਦੇ ਖਿਲਾਫ ਜਿਹੜਾ ਹੈਗਾ ਕਾਨੂੰਨ ਲਿਆਂਦੇ ਆ, ਉਹ ਸੈਸ਼ਨ ਬੁਲਾਏ ਗਏ, ਇਹਨਾਂ ਦਾ ਵਿਰੋਧ ਕੀਤਾ ਗਿਆ। ਹੁਣ ਜਿਹੜਾ ਹੈਗਾ ਕੇਰਲ ਵਿਧਾਨ ਸਭਾ ਨੇ ਵੀ 31 ਦਸੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ ਸੱਦਿਆ ਜਾ ਰਿਹਾ, ਜੋ ਕਿ ਵਿਸ਼ੇਸ਼ ਤੌਰ ਤੇ ਖੇਤੀਬਾੜੀ ਨੂੰ ਲੈ ਕੇ ਜਿਹੜਾ ਹੋਵੇਗਾ। ਇਸ ਨੂੰ ਕਿਵੇਂ ਦੇਖਿਆ ਜਾ ਰਿਹਾ? ਇਹਦੇ 'ਚ ਬਿਲਕੁਲ ਇੱਕ ਉਸੇ ਦਿਸ਼ਾ ਦੇ ਵੱਲ ਜਾ ਰਿਹਾ ਹੈ ਜਦੋਂ ਕਿ ਸ਼ੁਰੂ ਤੋਂ ਲੈ ਕੇ ਰਾਜ ਸਰਕਾਰਾਂ ਕਿੰਨੀਆਂ ਹੀ ਇਹ ਕਹਿ ਰਹੀਆਂ ਨੇ ਕਿ ਇਹ ਕਾਨੂੰਨ ਸਾਡੇ ਹਿੱਤ ਦੇ ਵਿੱਚ ਸਾਡੇ ਅਧਿਕਾਰਾਂ ਨੂੰ ਵੀ ਕੁਚਲਦਾ ਹੈ ਤੇ ਇਹ ਕਿਸਾਨਾਂ ਤੇ ਖੇਤੀ ਦੇ ਵੀ ਖਿਲਾਫ ਹੈ, ਦੋਨੋਂ ਟਾਈਪ ਦੇ ਤਰੀਕੇ ਦੇ। ਹੁਣ ਸਭ ਤੋਂ ਪਹਿਲ ਜਿਹੜੀ ਹੈ, ਕਿਉਂਕਿ ਪੰਜਾਬ 'ਚ ਅੰਦੋਲਨ ਵੱਡਾ ਹੋ ਗਿਆ ਸੀ, ਪਹਿਲ ਪੰਜਾਬ 'ਚ ਹੋਈ। ਪੰਜਾਬ ਦੀਆਂ ਬੀਜੇਪੀ ਨੂੰ ਛੱਡ ਕੇ ਸਮੁੱਚੀਆਂ ਪਾਰਟੀਆਂ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਸਾਂਝਾ ਪਹਿਲਾਂ ਮਤਾ ਰੱਦ ਕਰਨਾ ਪਾਇਆ, ਫਿਰ ਕਾਨੂੰਨ ਵੀ ਆਪਣੇ ਬਣਾਏ। ਉਸੇ ਦੇ ਸਹਾਰੇ ਉਸੇ ਨੂੰ ਅੱਗੇ ਤੋਰਦੇ ਹੋਏ ਫਿਰ ਇਹ ਚੀਜ਼ਾਂ ਹੋਈਆਂ, ਕਦੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਵੀ ਪਏ ਔਰ ਫਿਰ ਬੜੀ ਦੇਰ ਤੱਕ ਦਿੱਲੀ ਵੀ ਪੈਰ ਅਟਕਾਉਂਦਾ ਰਿਹਾ ਤੇ ਫਿਰ ਹੌਲੀ ਹੌਲੀ ਦਿੱਲੀ ਵਿਧਾਨ ਸਭਾ ਵੀ ਬਣਾਉਣੀ ਪਈ, ਚਾਹੇ ਉਹ ਇੱਕ ਨਾਟਕੀ ਤਰੀਕਾ ਸੀ ਵੀ ਪਾੜ ਦੋ ਜਿਹੜੇ ਕਾਨੂੰਨ ਨੇ ਉਹ ਵੇਖ। ਹੁਣ ਕੇਰਲ ਗਵਰਨਮੈਂਟ ਨੇ ਪਹਿਲਾਂ ਗਵਰਨਰ ਨੂੰ ਲਿਖ ਕੇ ਭੇਜਿਆ ਸੀ ਕਿ ਅਸੀਂ ਅਸੈਂਬਲੀ ਸੱਦਣਾ ਚਾਹੁੰਦੇ ਹਾਂ, ਪਹਿਲਾਂ ਇਜਾਜ਼ਤ ਨਹੀਂ ਦਿੱਤੀ, ਦੁਬਾਰਾ ਉਹਨਾਂ ਨੇ ਫਿਰ ਭੇਜਤਾ। ਹਾਲਾਂਕਿ ਗਵਰਨਰ ਕੋਲ ਕੋਈ ਇਹੋ ਜਿਹਾ ਅਧਿਕਾਰ ਨਹੀਂ ਹੁੰਦਾ ਕਿ ਉਹ ਡਿਨਾਈ ਕਰਦੇ ਬਾਰ-ਬਾਰ, ਪਰ ਇਹਨਾਂ ਨੇ ਟਰਾਈ ਕਰਵਾਈ। ਹੁਣ 31 ਦਸੰਬਰ ਨੂੰ ਹੈ, ਕਿਹਾ ਜਾ ਰਿਹਾ ਕਿ ਉਹਨਾਂ ਦੀ ਵੀ ਪ੍ਰਪੋਜ਼ਲ ਇਹੀ ਹੈ ਕਿ ਉਹ ਇਹ ਕਹਿਣਗੇ ਕਿ ਕਾਨੂੰਨ ਵਾਪਸ ਲਓ, ਇਹ ਸਾਡੇ ਫੇਵਰ 'ਚ ਨਹੀਂ ਹੈ। ਤੁਸੀਂ ਦੇਖੋ ਕਿ ਘੱਟੋ ਘੱਟ ਜਾਂ ਵੱਧ 5 ਰਾਜਾਂ ਦੀਆਂ ਵਿਧਾਨ ਸਭਾਵਾਂ ਇਹ ਜਦੋਂ ਰੱਦ ਕਰਦੀਆਂ ਨੇ ਉਹਨਾਂ ਕਾਨੂੰਨਾਂ ਨੂੰ, ਫਿਰ ਤੁਸੀਂ ਕਹੀ ਜਾਂਦੇ ਹੋ ਵੀ ਇਹ ਬੜੇ ਥੋੜੇ ਨੇ, 2% ਲੋਕ ਨੇ, 3%। ਇਹਦਾ ਮਤਲਬ ਕੀ ਹੈ ਕਿ ਉਹ ਲੋਕਾਂ ਦੀ ਵਿਲ ਨਹੀਂ ਹੈ, ਉਹ ਚੁਣੀਆਂ ਹੋਈਆਂ ਸੰਸਥਾਵਾਂ ਨਹੀਂ ਹੈ। ਜੇ ਉਹ ਚੁਣੀਆਂ ਹੋਈਆਂ ਸੰਸਥਾਵਾਂ ਨੇ ਤਾਂ ਤੁਸੀਂ ਆਬਾਦੀ ਲਾ ਲਓ ਇਹਨਾਂ ਸਾਰੀਆਂ ਸਟੇਟਾਂ ਦੀ, ਛੱਤੀਸਗੜ੍ਹ ਦੇ ਕਿੰਨੇ ਲੋਕ ਨੇ, ਰਾਜਸਥਾਨ ਦੇ ਕਿੰਨੇ ਲੋਕ ਨੇ, ਤੇ ਪੰਜਾਬ ਦੇ, ਤੇ ਕੇਰਲਾ ਦੇ, ਤੇ ਦਿੱਲੀ ਦੇ ਕਿੰਨੇ ਕਰੋੜ ਲੋਕ ਤਾਂ ਸਿੱਧੇ ਹੀ ਬਣਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੇ ਨੁਮਾਇੰਦਿਆਂ ਨੇ ਇਹਨੂੰ ਉਹ ਕੀਤਾ। ਇਸ ਕਰਕੇ ਇਹ ਜਿਹੜਾ ਤਰੀਕਾ ਵੀ ਹੈ ਇਹ ਸੰਵਿਧਾਨਕ ਤਰੀਕਾ ਹੈ, ਵਿਧਾਨ ਸਭਾਵਾਂ ਦਾ ਆਪਣਾ ਰਾਈਟ ਹੈ, ਉਸ ਪਾਸੇ ਕਰਨਾ ਚਾਹੀਦਾ। ਪਰ ਇਦੋਂ ਵੀ ਅਗਲਾ ਗੱਲ ਜਿਹੜੀ ਸਵਾਲ ਇਹ ਹੈ ਕਿ ਇਹ ਜਿਹੜੀ ਕੇਂਦਰ ਸਰਕਾਰ ਉਹ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਕਿਉਂ ਨਹੀਂ ਡਿਸਕਸ ਕਰ ਲੈਂਦੀ? ਜੇ ਨਵੇਂ ਹਾਲਾਤ ਪੈਦਾ ਹੋਏ ਨੇ, ਨਵੇਂ ਹਾਲਾਤਾਂ 'ਚ ਪਾਰਲੀਮੈਂਟ ਦਾ ਸੈਸ਼ਨ ਬੁਲਾਓ, ਇਹਦੇ ਤੇ ਚਰਚਾ ਕਰੋ। ਇਦੋਂ ਪਹਿਲਾਂ ਜਦੋਂ ਲੋਕਪਾਲ ਬਣਾਉਣ ਦਾ ਅੰਦੋਲਨ ਚੱਲਿਆ ਸੀ ਔਰ ਉਹ ਅੰਦੋਲਨ 'ਚ ਨੈਸ਼ਨਲ ਮੀਡੀਆ ਪੂਰੇ ਆਪਣੇ ਉਹ ਲਾ ਕੇ ਖੜਾ ਸੀ, ਜਿਹਦੇ ਪਿੱਛੇ ਕਿਹਾ ਜਾ ਰਿਹਾ ਸੀਗਾ ਕਿ ਉਹ ਇੱਕ ਉਹਦੇ ਪਿੱਛੇ ਜਿਹੜੀ ਆਰਐਸਐਸ ਦਾ ਵੀ ਇੱਕ ਲੈਵਲ ਦੀ ਸਪੋਰਟ ਸੀ, ਜਿਹਦੇ ਕਰਕੇ ਇੰਨਾ ਜ਼ਿਆਦਾ ਸਪੋਰਟ ਕਾਰਪੋਰੇਟ ਦੀ ਵੀ ਸੀ, ਜਿਹੜਾ ਲਗਾਤਾਰ ਮੀਡੀਆ ਉਹਦੇ ਤੇ ਫੋਕਸ ਰਿਹਾ, ਪੂਰਾ ਨੈਸ਼ਨਲ ਮੀਡੀਆ। ਉਸ ਮਜਬੂਰੀ 'ਚ ਜਿਹੜਾ ਉਹ ਅੰਦੋਲਨ ਸੀ, ਹਾਲਾਂਕਿ ਉਹ ਅੰਦੋਲਨ ਦੀ ਇਸ ਅੰਦੋਲਨ ਵਰਗੀ ਦਿੱਖ ਨਹੀਂ ਸੀ ਐਡੇ ਵੱਡੇ ਪੱਧਰ ਤੇ ਉਹਦੇ 'ਚ ਸੈਸ਼ਨ ਬੁਲਾ ਕੇ ਤੁਸੀਂ ਲੋਕਪਾਲ ਤੇ ਸਪੈਸ਼ਲ ਚਰਚਾ ਕੀਤੀ। ਹੁਣ ਇਹ ਐਡੇ ਵੱਡੇ ਲੋਕਪਾਲ, ਹਾਲਾਂਕਿ ਇੱਕ ਗੱਲ ਤੇ ਸੀ ਕਿ ਉਹ ਕਰਪਸ਼ਨ ਦਾ ਸਵਾਲ ਸੀ, ਕਰਪਸ਼ਨ ਖਤਮ ਹੋਵੇ, ਇਹ ਲੋਕਾਂ ਦੀ ਹੋਂਦ ਦਾ ਸਵਾਲ ਹੈ। ਇਹਦੇ ਤੇ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਤੁਸੀਂ ਕਿਉਂ ਚਰਚਾ ਨਹੀਂ ਕਰਦੇ? ਬਲਕਿ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਅੱਗੇ ਪਾ ਦਿੰਦੇ ਹੋ, ਜਿਹੜਾ ਕਿ ਦਸੰਬਰ 'ਚ ਹੋਣਾ ਸੀ, ਪਰ ਹੁਣ ਜਨਵਰੀ 'ਚ ਤਾਂ ਕਰਨਾ ਪੈਣਾ। ਜਨਵਰੀ ਦੇ ਵਿੱਚ ਵੀ ਤਾਂ ਚਰਚਾ ਕਰੋਗੇ, ਉਹ ਚਰਚਾ ਖੁੱਲ੍ਹੇ ਮਨ ਨਾਲ ਕਰੋ ਤੇ ਖੁੱਲ੍ਹੇ ਮਨ ਨਾਲ ਹੋਣ ਵਾਲੀ ਚਰਚਾ ਦੇ ਵਿੱਚੋਂ ਜੋ ਲੋਕਾਂ ਦਾ ਵਿਊ ਪੁਆਇੰਟ ਹੈ ਉੱਥੇ, ਬਲਕਿ ਮਾਹਰਾਂ ਦੀ ਵੀ ਰਾਏ ਲਓ, ਹੋਰਾਂ ਜਿਹੜੇ ਡਿਫਰੈਂਟ ਮਾਹਰ ਨੇ, ਤੁਹਾਡੇ ਆਪਣੇ ਮਾਹਰ ਨਹੀਂ ਜਿਹੜੇ ਰੋਜ਼ ਕਾਰਪੋਰੇਟ ਦੇ ਪੇਰੋਲ ਦੇ ਉੱਤੇ ਨੇ, ਜਿਹੜੇ ਉਹਨਾਂ ਦੇ ਮੁਤਾਬਕ ਜੋ ਮਰਜ਼ੀ ਲਿਖਾਉਂਦੇ ਨੇ, ਉਹਦੇ ਨਹੀਂ, ਦੂਜੇ ਲੋਕਾਂ ਦਾ ਵੀ ਰਾਏ ਲਓ। ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਵੱਖ-ਵੱਖ ਮਾਹਰ ਨੇ। ਹਮੀਰ ਸਿੰਘ ਜੀ, ਤੁਸੀਂ ਗੱਲ ਕਰੀਏ ਮਾਹਿਰਾਂ ਦੀ, ਜਿਹੜੀ ਹੈਗੀ ਹੈ ਰਾਏ ਲੈਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ। ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਤੇ ਨੋਬਲ ਪੁਰਸਕਾਰ ਜੇਤੂ ਅਮ੍ਰਿਤਾ ਸੇਨ, ਉਹਨਾਂ ਨੇ ਵੀ ਕਿਸਾਨਾਂ ਦੀ ਹਮਾਇਤ ਕਰਦੇ ਆ ਜਿਹੜਾ ਕਿਹਾ ਵੀ ਕੇਂਦਰ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਤੇ ਜਿਹੜੀ ਮੁੜ ਸਮੀਖਿਆ ਕਰਨੀ ਚਾਹੀਦੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਇਹੀ ਗੱਲ ਹੈ ਕਿ ਪਹਿਲਾਂ ਵੀ ਕਈ ਵਾਰ ਅਮਰਤਿਆ ਸੇਨ ਤੇ ਹੋਰ ਨੋਬਲ ਜਿਹੜੇ
ਅਵਾਰਡੀ ਨੇ, ਉਹਨਾਂ ਨੇ ਬੜੀ ਵਾਰ ਕਿਹਾ ਕਿ ਸਾਡਾ ਦੇਸ਼, ਚਾਹੇ ਉਹ ਹਜੂਮੀ ਹਿੰਸਾ ਦਾ ਮਾਮਲਾ ਸੀ, ਚਾਹੇ ਲਵ ਜਹਾਦ ਦਾ ਮਾਮਲਾ ਸੀ, ਚਾਹੇ ਨਾਗਰਿਕ ਸੋਧ ਬਿੱਲ ਦਾ, ਉਹਨਾਂ 'ਚ ਉਹਨਾਂ ਨੇ ਦਖਲ ਦਿੱਤਾ। ਔਰ ਉਹਨਾਂ ਨੇ ਤਾਂ ਕਿਹਾ ਸੀ ਆਰਗੂਮੈਂਟੇਟਿਵ ਇੰਡੀਅਨ, ਕਿ ਇੰਡੀਆ ਦੇ ਵਿੱਚ ਦਲੀਲ ਦੀ ਤੇ ਲੋਕ ਦਲੀਲ ਨਾਲ ਗੱਲ ਕਰਦੇ ਨੇ ਤੇ ਕਾਫੀ ਜ਼ਿਆਦਾ ਸੰਵਾਦ ਰਚਾਉਂਦੇ ਨੇ। ਤੇ ਉਹ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਬੀਜੇਪੀ ਦੀ ਰਾਜ ਦੇ ਵਿੱਚ ਉਹ ਸਪੇਸ ਘਟਦੀ ਜਾ ਰਹੀ ਹੈ, ਉਹ ਜਗ੍ਹਾ ਘਟਦੀ ਜਾ ਰਹੀ ਹੈ ਲਗਾਤਾਰ, ਜਿੱਥੇ ਗੱਲ ਹੋ ਸਕੇ, ਜਿੱਥੇ ਆਪਣੀ ਰਾਏ ਰੱਖੀ ਜਾ ਸਕੇ। ਹੁਣ ਉਹਨਾਂ ਨੇ ਇਸੇ ਅੰਦੋਲਨ ਦੇ ਉੱਤੇ ਇਹ ਬੋਲਿਆ ਕਿ ਇਹਦੇ 'ਚ ਬਹੁਤ ਕੁਝ ਬੁਨਿਆਦੀ ਇਹੋ ਜਿਹਾ ਪਿਆ ਹੈ ਜਿਹਦੇ ਨਾਲ ਇਹ ਕਾਨੂੰਨਾਂ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਤੇ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਸਰਕਾਰ ਨੇ ਇਹ ਕਿਹਾ ਕਿ ਨਹੀਂ ਜੀ ਇਹ ਠੀਕ ਨਹੀਂ, ਉਹਨਾਂ ਨੇ ਇਹ ਕਿਹਾ। ਇਹਦਾ ਮਤਲਬ ਇਹ ਹੋ ਜਾਂਦਾ ਕਿ ਇੰਟਰਨੈਸ਼ਨਲ ਫੇਮ ਦੇ ਜਿਹੜੇ ਵੀ ਬੰਦੇ ਜਿਹੜੇ ਤੁਹਾਡੇ ਫੇਵਰ 'ਚ ਕਦੇ ਦੇ ਦਿੰਦੇ ਨੂੰ, ਤਾਂ ਤੁਸੀਂ ਐਂ ਕਹਿੰਦੇ ਹੋ ਦੇਖੋ ਜੀ ਇਹ ਵੀ ਕਹਿ ਰਿਹਾ, ਇਹ ਵੀ ਕਹਿ ਰਿਹਾ। ਜਦ ਇੱਕ ਰਾਏ ਹੋ ਕੇ ਤੁਹਾਡੇ ਖਿਲਾਫ ਕੋਈ ਗੱਲ ਕਰਦੇ ਨੇ, ਤੁਹਾਡੇ ਖਿਲਾਫ ਨਹੀਂ ਹੁੰਦੀ, ਐਕਚੁਅਲੀ ਉਹ ਲੋਕਾਂ ਦੇ ਪੱਖ 'ਚ ਹੁੰਦੀ ਹੈ, ਤੇ ਉਦੋਂ ਤੁਸੀਂ ਕਹਿ ਰਹੇ ਹੋ ਵੀ ਨਹੀਂ ਇਹ ਠੀਕ ਉਸ ਲੈਵਲ ਤੇ ਨਹੀਂ ਹੁੰਦਾ। ਇਸੇ ਕਰਕੇ ਇਹ ਹੈ ਕਿ ਕਿੰਨੇ ਹੀ ਲੋਕ, ਕਿੰਨੇ ਹੀ ਅਰਥ ਸ਼ਾਸਤਰੀ, ਕਿੰਨੇ ਹੀ ਬੁੱਧੀਜੀਵੀ, ਵਿਗਿਆਨੀ, ਗਾਇਕ, ਸਭ ਲੋਕ ਇੱਕ ਪਾਸੇ ਖੜੇ ਹੋਏ ਨੇ। ਹੁਣ ਤਾਂ ਦੇਸ਼ ਦੇ ਵਿੱਚ ਵੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਗੱਲ ਤੇ ਚਰਚਾ ਸਟਾਰਟ ਹੋ ਚੁੱਕੀ ਹੈ। ਔਰ ਉਹ ਚਰਚਾ ਜਦ ਤੁਸੀਂ ਉਹ ਕਰ ਲਓ ਦੁਬਾਰਾ, ਤੁਸੀਂ ਇਹ ਕਹੋ ਕਿ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ, ਇਹ ਕਾਨੂੰਨ ਨਹੀਂ ਲਾਗੂ ਹੋਣਗੇ, ਅੱਗੇ ਤੋਂ ਅਸੀਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤੱਕ ਵੀ ਇਸ ਖਰੜੇ ਭੇਜਾਂਗੇ, ਉਹਨਾਂ ਤੇ ਚਰਚਾ ਕਰਾਵਾਂਗੇ, ਅੱਗੇ ਤੋਂ ਅਸੀਂ ਵਾਰਡ ਸਭਾਵਾਂ 'ਚ ਸ਼ਹਿਰਾਂ 'ਚ ਭੇਜਾਂਗੇ, ਉਹਨਾਂ ਤੇ ਵੀ ਚਰਚਾ ਕਰਾਵਾਂਗੇ, ਚਰਚਾ ਤੋਂ ਬਾਅਦ ਜੋ ਕਾਮਨ ਰਾਏ ਬਣੇਗੀ ਉਹਦੇ ਮੁਤਾਬਕ ਅਸੀਂ ਅੱਗੇ ਨੂੰ ਗੱਲ ਕਰਾਂਗੇ। ਔਰ ਇਹੀ ਯੂਐਨਓ ਦਾ ਰੈਜੂਲੇਸ਼ਨ ਕਹਿੰਦਾ ਉਹ ਕਿ ਜਿਹੜੇ ਖੇਤੀ ਤੇ ਪਿੰਡ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਚਰਚਾ ਕੀਤੇ ਬਿਨਾਂ ਤੁਸੀਂ ਨਹੀਂ ਕੋਈ ਵੀ ਕਾਨੂੰਨ ਪਾਸ ਕਰਦੇ। ਇਹ ਬੜਾ ਵੱਡਾ ਸਵਾਲ ਹੈ। ਹੁਣ ਬਲਕਿ ਇੱਕ ਗੱਲ ਜਿਹੜੀ ਹੋ ਰਹੀ ਹੈ ਸਾਡੇ ਸਾਹਮਣੇ ਇਸ ਅੰਦੋਲਨ ਦੇ ਵਿੱਚ, ਉਹ ਹੈ ਟਾਵਰ ਪੱਟਣ ਦੀ ਗੱਲ। ਹਾਲਾਂਕਿ ਜਥੇਬੰਦੀਆਂ ਨੇ ਤਾਂ ਇਹ ਕਿਹਾ ਕਿ ਟਾਵਰ ਨਹੀਂ ਪੱਟਣੇ, ਜੀਓ ਦੀਆਂ ਜਿਹੜੀਆਂ ਵਸਤਾਂ ਦਾ ਬਾਈਕਾਟ ਕਰਨਾ ਹੈ ਤੇ ਉਹਦਾ ਜਿਹੜਾ ਜੀਓ ਸਿਮ ਹੈ ਉਹ ਤੁਸੀਂ ਵਾਪਸ ਮੋੜਨਾ ਹੈ। ਟਾਵਰ ਪੱਟਣ ਲਈ ਕੁਝ ਜੋਸ਼ੀਲੇ ਨੌਜਵਾਨ ਆਪਣੇ ਆਪ ਉਸ ਲੈਵਲ ਤੇ ਲੱਗੇ ਨੇ। ਮੈਨੂੰ ਲੱਗਦਾ ਕਿ ਇੱਕ ਅਨੁਸ਼ਾਸਨ ਔਰ ਪੀਸਫੁਲ ਤਰੀਕੇ ਦੇ ਨਾਲ ਚੀਜ਼ਾਂ ਕਾਇਮ ਰੱਖਣੀਆਂ ਚਾਹੀਦੀਆਂ ਨੇ, ਔਰ ਉਹਨੂੰ ਉਦੋਂ ਵੱਧਵਾਂ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿਤੇ ਨਾ ਕਿਤੇ ਹਿੰਸਾ ਜਾਂ ਬਾਕੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਔਰ ਇਹ ਜਥੇਬੰਦੀਆਂ ਦੀ ਵੀ ਤੇ ਓਵਰਆਲ ਸੁਸਾਇਟੀ ਦੀ ਵੀ ਇਹ ਜ਼ਿੰਮੇਵਾਰੀ ਹੈ। ਇਕੱਲੇ ਜਥੇਬੰਦੀਆਂ ਦਾ ਸ਼ਾਇਦ ਉਹਦਾ ਦਾਇਰਾ ਨਹੀਂ ਹੈ ਕਿ ਇਕੱਲਾ ਉਹਦੇ ਨਾਲ ਕੰਮ ਚੱਲੇਗਾ। ਇਹ ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ, ਉਹ ਜੇ ਪਿੰਡ ਦਾ ਟਾਵਰ ਪੱਟਣਾ ਨਹੀਂ ਪੱਟਣਾ, ਉਹਨਾਂ ਨੂੰ ਵੀ ਗ੍ਰਾਮ ਸਭਾ ਸੱਦਣੀ ਚਾਹੀਦੀ ਹੈ। ਗ੍ਰਾਮ ਸਭਾ ਸੱਦ ਕੇ ਫੈਸਲੇ ਕਰਨ, ਕੋਈ 4 ਜਾਂ 5 ਬੰਦੇ ਆਪਣੇ ਆਪ ਵੱਧਵਾਂ ਫੈਸਲਾ ਨਾ ਲੈਣ, ਲੋਕਾਂ ਦੀ ਸਮੂਹਿਕਤਾ ਨਾਲ ਸੰਗਤ ਦੇ ਰੂਪ ਦੇ ਵਿੱਚ ਫੈਸਲਾ ਲੈਣਗੇ ਤਾਂ ਉਹ ਵਾਜਬ ਫੈਸਲੇ ਹੋਣਗੇ। ਉੱਥੇ ਤੱਕ ਫੈਸਲੇ ਹੋਣ ਦੀ ਲੋੜ ਹੈ। ਔਰ ਜਿਹੜਾ ਨਹੀਂ ਤਾਂ ਫਿਰ ਉਹ ਜੋਸ਼ ਕਈ ਵਾਰ ਤੁਹਾਨੂੰ ਗਲਤ ਪਾਸੇ ਵੀ ਲੈ ਲੈਂਦਾ, ਉਹ ਮੂਵਮੈਂਟ ਦਾ ਨੁਕਸਾਨ ਵੀ ਕਰ ਦਿੰਦਾ। ਇਹ ਸਭ ਤੋਂ ਬੜੀ ਜ਼ਿੰਮੇਵਾਰੀ ਇਕੱਲੇ ਨਾਗਰਿਕ ਦੀ ਹੈ। ਇਹਨੂੰ ਸ਼ਾਂਤਮਈ ਰੱਖਣਾ, ਇਹਦੀ ਇਕਜੁੱਟਤਾ ਕਾਇਮ ਰੱਖਣਾ ਤੇ ਜਜ਼ਬਾ ਕਾਇਮ ਰੱਖਣਾ, ਔਰ ਸਮੂਹਿਕ ਰੂਪ 'ਚ ਬੈਠ ਕੇ ਮਾਮਲਿਆਂ ਦਾ ਹੱਲ ਕਰਨਾ, ਔਰ ਜਿਹੜੇ ਉਹਨਾਂ ਦੇ ਫੈਸਲੇ ਹੋਣਗੇ ਉਹਦੇ ਪਿੱਛੇ ਉਹਨਾਂ ਸਭ ਦੀ ਤਾਕਤ ਨੂੰ ਨਾਲ ਤੋਰੀ ਰੱਖਣਾ। ਇਹ ਸਭ ਤੋਂ ਬੜਾ ਸਵਾਲ ਸਾਡੇ ਸਾਹਮਣੇ ਹੈਗਾ। ਔਰ ਜਿਹੜੇ ਨੌਜਵਾਨਾਂ ਨੇ ਬਹੁਤ ਵੱਡਾ ਇਨਕਲਾਬੀ ਕਦਮ ਪੁੱਟਿਆ ਦਿੱਲੀ ਜਾ ਕੇ ਬਾਕੀ ਹੈ, ਤੇ ਉਹਨਾਂ ਨੌਜਵਾਨਾਂ ਨੂੰ ਅੱਗੇ ਵੀ ਸਬਰ, ਸੰਤੋਖ ਤੇ ਸੰਜਮ ਦੇ ਮੁਤਾਬਕ ਹੀ ਜਿੱਤ ਵੱਲ ਕਦਮ ਜਾਣਗੇ। ਔਰ ਜਿੱਤ ਦਾ ਇਹ ਸਭ ਤੋਂ ਬੜਾ ਬੁਨਿਆਦ ਹੋਏਗੀ ਕਿ ਜਿੰਨਾ ਲੰਮਾ ਇਹ ਸ਼ਾਂਤਮਈ ਅੰਦੋਲਨ ਚੱਲ ਜਾਏਗਾ, ਓਨਾ ਹੀ ਸਰਕਾਰਾਂ ਦੀਆਂ ਜਿਹੜੀ ਕਮਜ਼ੋਰੀਆਂ ਨੇ ਲੋਕਾਂ ਦੇ ਸਾਹਮਣੇ ਆਉਂਦੀਆਂ ਜਾਣਗੀਆਂ, ਔਰ ਸਰਕਾਰ ਦੀ ਧਿਰ ਕਮਜ਼ੋਰ ਹੁੰਦੀ ਜਾਏਗੀ। ਉਹੀ ਚੀਜ਼ ਜਿਹੜੀ ਹੈ ਦੋ ਪਹਿਲਵਾਨਾਂ ਦਾ ਜਦੋਂ ਦਮ ਨਿਕਲਦਾ, ਇਹ ਉਹੀ ਦੇਖਿਆ ਜਾ ਰਿਹਾ ਹੈ ਤੇ ਉਹ ਦਮ ਉਸੇ ਤਰੀਕੇ ਨਾਲ ਨਿਕਲੂਗਾ। ਜੇ ਅੰਦੋਲਨਕਾਰੀ ਇਹਦੇ ਤੋਂ ਥੋੜਾ ਬਹੁਤ ਇੱਧਰ ਉੱਧਰ ਹੁੰਦੇ ਨੇ ਤਾਂ ਅੰਦੋਲਨ ਦੀ ਕਮਜ਼ੋਰੀ ਆਏਗੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।